ਵੱਡੇ ਵੱਡੇ ਦਿਗਜ ਨੇਤਾ ਬੀਜੇਪੀ 'ਚ ਸ਼ਾਮਲ ਹੋ ਰਿਹਾ, ਉੱਥੇ ਹੀ ਖੁਦ ਬੀਜੇਪੀ ਦਾ ਆਪਣਾ ਕਾਰਿਆਕਰਤਾ ਜਾਂ ਆਪਣਾ ਜਿਹੜਾ ਨੇਤਾ ਹੈਗਾ ਉਹਨਾਂ 'ਚ ਕਿਤੇ ਨਾ ਕਿਤੇ ਇਨਸਿਕਿਉਰਿਟੀ ਵੀ ਪੈਦਾ ਹੋ ਗਈ ਹੈ, ਡਰ ਪੈਦਾ ਹੋ ਗਿਆ। ਬੀਜੇਪੀ ਇਹ ਕਹਿ ਰਹੀ ਸੀ 117 ਸੀਟਾਂ ਤੇ ਅਸੀਂ ਇਕੱਲੇ ਲੜਾਂਗੇ, ਹੁਣ ਉਹ ਫਿਰ ਵਾਪਸ ਬੈਕਫੁੱਟ ਤੇ ਆ ਕੇ ਉਹਨਾਂ ਨੂੰ ਸਿਲੈਕਟਡ ਸੀਟਾਂ ਮਿਲਣਗੀਆਂ। ਔਰ ਦੇਖੋ ਪੰਜਾਬ ਬਹੁਤ ਵੱਡਾ ਹੈ, ਉਹ ਜਿਹੜਾ ਸਾਡੇ ਕਾਰਿਆਕਰਤਾ ਵੇ ਜਿਹੜਾ ਪੰਜਾਬ ਦਾ ਉਹ ਬਿਲਕੁਲ ਖੁਸ਼ ਹੈ ਇਸ ਗੱਲ ਤੋਂ ਕਿ ਆਉਣ ਵਾਲੇ ਟਾਈਮ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਰਹੀ ਹੈ। ਸੋ ਇਸ ਵਾਰ ਵੀ 23 ਸੀਟਾਂ ਤੇ ਹੀ ਲੜੋਗੇ 117 ਚੋਂ, ਜਾਂ ਕੁਝ ਬਦਲਣਗੀਆਂ? ਸਿੱਧੂ ਸਾਹਿਬ ਦੇ ਬਾਰੇ ਵੈਸੇ ਤਾਂ ਮੈਂ ਗੱਲ ਕੋਈ ਨਹੀਂ ਕਰਨਾ ਚਾਹੁੰਦਾ, ਕਿਉਂਕਿ ਸਿੱਧੂ ਸਾਹਿਬ ਸਵੇਰੇ ਕੁਛ ਹੋਰ ਕਹਿੰਦੇ ਨੇ, ਦੁਪਹਿਰੀ ਕੁਛ ਹੋਰ ਕਹਿੰਦੇ ਨੇ, ਰਾਤੀ ਕੁਛ ਹੋਰ ਕਹਿੰਦੇ ਨੇ। ਸਾਰਾ ਦਿਨ ਝੂਠ ਬੋਲਣਾ, ਲੋਕਾਂ ਨੂੰ ਬੇਵਕੂਫ ਬਣਾਉਣਾ, ਇਸ ਟਾਈਮ ਉਹਦਾ ਕੰਮ ਇਹ ਹੈ। 6 ਤੋਂ 7 ਮੰਤਰੀਆਂ ਦੇ ਨਾਮ ਦਿੱਤੇ ਜਾ ਰਹੇ ਸੀ, ਉਹਦੇ ਵਿੱਚ ਲੁਧਿਆਣੇ ਦੇ ਇੱਕ ਮੰਤਰੀ ਦਾ ਵੀ ਨਾਮ ਦਿੱਤਾ ਜਾ ਰਿਹਾ ਸੀਗਾ ਕਿ ਇਹ ਸਭ ਬੀਜੇਪੀ 'ਚ ਸ਼ਾਮਲ ਹੋ ਰਹੇ ਹੈ। ਸੈਂਟਰ ਹਲਕੇ ਦੇ ਵਿੱਚ ਮੈਕਸੀਮਮ ਜਿਹੜਾ ਚਿੱਟਾ ਵਿਕ ਰਿਹਾ ਉਹ ਇਹਨਾਂ ਦੀ ਸ਼ਹਿਰ ਦੇ ਵਿਕ ਰਿਹਾ। ਇਹ ਅੰਨੀ ਬੋਲੀ ਸਰਕਾਰ ਹੋਈ ਹੈ, ਸਿਰਫ ਲੋਕਾਂ ਨੂੰ ਲੁੱਟਣ ਵਾਸਤੇ ਸਰਕਾਰ ਬਣੀ ਸੀ, ਲੋਕਾਂ ਨੂੰ ਲੁੱਟ ਕੇ ਜਾ ਰਹੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਹਾਂ। ਗੱਲਬਾਤ ਕਰੀਏ ਤੇ ਜਿੱਦਾਂ ਚੁਣਾਵ ਦਾ ਮਾਹੌਲ ਭਖਦਾ ਜਾ ਰਿਹਾ ਪੰਜਾਬ ਦੇ ਵਿੱਚ, ਉੱਦਾਂ ਹੀ ਆਏ ਦਿਨ ਨਵੇਂ ਨੇਤਾ ਵੱਖ-ਵੱਖ ਪਾਰਟੀਆਂ ਤੋਂ, ਕਾਂਗਰਸ ਤੋਂ, ਅਕਾਲੀ ਦਲ ਤੋਂ ਜਿਹੜੇ ਹੈਗੇ ਹੈ ਵੱਡੇ ਨੇਤਾਵਾਂ ਦਾ ਜਿਹੜਾ ਹੈਗਾ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਦਾ ਦੌਰ ਬੜੀ ਤੇਜ਼ੀ ਨਾਲ ਵੱਧਦਾ ਜਾ ਰਿਹਾ। ਇਹ ਸਾਰਿਆਂ ਦੇ ਵਿੱਚ ਜਿੱਥੇ ਵੱਡੇ ਦਿਗਜ ਨੇਤਾ ਬੀਜੇਪੀ 'ਚ ਸ਼ਾਮਲ ਹੋ ਰਿਹਾ, ਉੱਥੇ ਹੀ ਖੁਦ ਬੀਜੇਪੀ ਦਾ ਆਪਣਾ ਕਾਰਿਆਕਰਤਾ ਜਾਂ ਆਪਣਾ ਜਿਹੜਾ ਨੇਤਾ ਹੈਗਾ, ਜਿਹੜੇ ਪਿਛਲੇ 4 ਤੋਂ 5 ਸਾਲ ਤੱਕ ਬੀਜੇਪੀ ਦੀ ਸੇਵਾ ਕਰ ਰਹੇ ਸੀ ਪੰਜਾਬ 'ਚ, ਉਹਨਾਂ 'ਚ ਕਿਤੇ ਨਾ ਕਿਤੇ ਇਨਸਿਕਿਉਰਿਟੀ ਵੀ ਪੈਦਾ ਹੋ ਗਈ ਹੈ, ਡਰ ਪੈਦਾ ਹੋ ਗਿਆ। ਕਿਉਂਕਿ ਜਦੋਂ ਵੱਡੇ ਦਿਗਜ ਨੇਤਾ ਆਉਂਦੇ ਆ, ਕਿਹਾ ਜਾਂਦਾ ਕਿ ਉਹ ਕਿਸੇ ਨਾ ਕਿਸੇ ਐਗਰੀਮੈਂਟ, ਕਿਸੇ ਨਾ ਕਿਸੇ ਵਾਅਦੇ 'ਤੇ ਆਉਂਦੇ ਆ। ਸੋ ਇਹ ਸਾਰੇ ਮਾਮਲਿਆਂ ਦਾ, ਇਹ ਸਾਰਿਆਂ ਦਾ ਆਨਸਰ ਲੈਣ ਲਈ ਅਸੀਂ ਪਹੁੰਚੇ ਹਾਂ। ਗੱਲਬਾਤ ਕਰਦੇ ਹਾਂ ਪੰਜਾਬ ਦੇ ਜਿਹੜੇ ਕੋਸ਼ਾਧਿਅਕਸ਼ ਹੈਗੇ ਬੀਜੇਪੀ ਦੇ, ਔਰ ਲੁਧਿਆਣਾ ਤੋਂ ਸੈਂਟਰ ਹਲਕਾ ਦੇ ਜਿਹੜੇ ਇੰਚਾਰਜ ਵੀ ਹੈਗੇ ਆ ਗੁਰਦੇਵ ਸ਼ਰਮਾ ਦੇਬੀ ਜੀ ਨਾਲ ਗੱਲਬਾਤ ਕਰਦੇ ਹਾਂ। ਸਰ ਨਮਸਕਾਰ ਜੀ। ਨਮਸਕਾਰ ਜੀ। ਸਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਕਿ ਤੁਹਾਡੀ ਪਾਰਟੀ ਦੇ ਵਿੱਚ ਬਹੁਤ ਕਾਂਗਰਸ ਤੋਂ, ਅਕਾਲੀਆਂ ਤੋਂ, ਆਮ ਆਦਮੀ ਪਾਰਟੀ ਤੋਂ ਵੱਡੇ ਨੇਤਾ ਟੁੱਟ ਕੇ ਤੁਹਾਡੀ ਪਾਰਟੀ ਨੂੰ ਜੁਆਇਨ ਕਰ ਰਹੇ ਹੈ, ਇਹ ਕਿਉਂ? ਦੇਖੋ, ਭਾਰਤੀ ਜਨਤਾ ਪਾਰਟੀ ਦੀ ਸਾਡੀ ਮੋਦੀ ਜੀ ਦੀ ਸਰਕਾਰ ਜਦੋਂ ਦੀ ਬਣੀ ਹੈ, ਔਰ ਲੋਕ ਦੇਖ ਰਹੇ ਨੇ ਕਿ ਜੋ ਮੋਦੀ ਜੀ ਨੇ ਆਪਣੇ ਇਲੈਕਸ਼ਨਾਂ ਦੇ ਵਿੱਚ ਲੋਕਾਂ ਨਾਲ ਵਾਅਦੇ ਕੀਤੇ ਸੀ, ਉਹ ਇੱਕ ਵਾਅਦਾ ਜਿਹੜਾ ਵੇ ਉਹਨਾਂ ਨੇ ਪੂਰਾ ਕੀਤਾ। ਜੇ ਉਹਨਾਂ ਡਿਵੈਲਪਮੈਂਟ ਦੀ ਗੱਲ ਕੀਤੀ ਤੇ ਤੁਸੀਂ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਦੇਖੋ ਵੀ ਡਿਵੈਲਪਮੈਂਟ ਜਿਹੜੀ ਹੈ, ਚਾਹੇ ਯੂਪੀ ਹੈ, ਬਿਹਾਰ ਹੈ, ਜਿੱਥੇ ਬੀਜੇਪੀ ਦੀ ਸਰਕਾਰ ਹੈ, ਮੋਦੀ ਜੀ ਨੇ ਉੱਥੇ ਕੰਮ ਕੀਤੇ ਨੇ। ਔਰ ਜਿਹੜੇ ਹੁਣ ਲੋਕ ਕਾਂਗਰਸ 'ਚੋਂ ਛੱਡ ਕੇ ਆ ਰਹੇ ਨੇ, ਉਹ ਦੇਖ ਰਹੇ ਨੇ ਵੀ ਜਿਹੜਾ ਸਾਡਾ ਆਉਣ ਵਾਲਾ ਟਾਈਮ ਹੈ, ਉਹ ਮੋਦੀ ਜੀ ਜੋ ਕਹਿ ਰਹੇ ਨੇ ਉਹ ਕੰਮ ਕਰ ਰਹੇ ਨੇ, ਅਤੇ ਦੇਸ਼ ਦੇ ਹਿੱਤ ਦੇ ਵਾਸਤੇ, ਜਿਹੜੇ ਦੇਸ਼ ਦਾ ਭਲਾ ਚਾਹੁੰਦੇ ਨੇ, ਦੇਸ਼ ਦੇ ਹਿੱਤ ਵਾਸਤੇ ਕੰਮ ਕਰਨਾ ਚਾਹੁੰਦੇ ਨੇ, ਉਹ ਲੋਕ ਅੱਜ ਛੱਡ ਕੇ ਆ ਰਹੇ ਨੇ ਵੀ ਅਸੀਂ ਦੇਸ਼ ਹਿੱਤ ਵਾਸਤੇ ਕੰਮ ਕਰਨ ਨੂੰ ਤਿਆਰ ਹਾਂ, ਅਸੀਂ ਮੋਦੀ ਜੀ ਦੇ ਨਾਲ ਕੰਮ ਕਰਨ ਨੂੰ ਤਿਆਰ ਹਾਂ। ਠੀਕ ਹੈ ਸਰ, ਠੀਕ ਹੈ, ਅੱਛੀ ਗੱਲ ਹੈ ਕਿ ਲੋਕ ਮੋਦੀ ਜੀ ਦੇ ਕੰਮ ਨੂੰ ਦੇਖ ਕੇ ਆ ਰਹੇ ਹੈ, ਪਰ ਦੂਜੇ ਪਾਸੇ ਗੱਲਬਾਤ ਕਰੀਏ ਤੇ ਇਹਦੇ ਨਾਲ ਸਾਨੂੰ ਐਂ ਲੱਗਦਾ ਦਬੀ ਜ਼ੁਬਾਨ ਦੇ ਵਿੱਚ ਜਿਹੜਾ ਬੀਜੇਪੀ ਦਾ ਆਪਣਾ ਨੇਤਾ ਹੈਗਾ, ਕਾਰਿਆਕਰਤਾ ਹੈਗਾ, ਉਹ ਕਿਤੇ ਨਾ ਘਬਰਾ ਗਿਆ, ਕਿਉਂਕਿ ਉਹਨੂੰ ਇਹ ਲੱਗਦਾ ਹੈ ਅੰਦਰੋਂ ਇਨਸਿਕਿਉਰਿਟੀ ਪੈਦਾ ਹੋ ਗਈ ਹੈ। ਉਹਨੂੰ ਇਹ ਲੱਗਦਾ ਹੈ ਕਿ ਵੱਡੇ ਨੇਤਾ ਆ ਰਹੇ ਹੈ, ਇਹ ਆ ਰਹੇ ਹੈ ਤੇ ਕਿਸੇ ਨਾ ਕਿਸੇ ਕਮਿਟਮੈਂਟ 'ਤੇ ਜਾਂ ਕਿਸੇ ਡੀਲ ਦੇ ਅੰਡਰ। ਇਹ ਇੱਕ ਪਰਸੈਪਸ਼ਨ ਹੈ ਬਾਜ਼ਾਰ 'ਚ, ਇਹ ਅਣਪੁੱਛੇ ਸਵਾਲ ਹੈਗੇ ਆ ਜਿਹੜੇ ਲੋਕਾਂ ਦੇ ਦਿਲਾਂ 'ਚ ਹੈਗੇ ਆ। ਖੁਦ ਕਾਰਿਆਕਰਤਾ ਡੀਮੋਟੀਵੇਟਡ ਨਜ਼ਰ ਆ ਰਿਹਾ, ਉਹਨੂੰ ਇਹ ਲੱਗ ਰਿਹਾ ਕਿਤੇ ਇਹ ਨਾ ਹੋਵੇ ਮੇਰੀ ਸੀਟ ਹੀ ਕੱਟੀ ਜਾਵੇ। ਉੱਧਰੋਂ ਜੇ ਗੱਲਬਾਤ ਕਰੀਏ, ਤੁਹਾਡਾ ਕੈਪਟਨ ਦੀ ਸਰਕਾਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋ ਗਿਆ ਜਾਂ ਢੀਂਡਸਾ, ਉਹਨਾਂ ਨਾਲ ਵੀ ਇੱਕ ਅਲਾਇੰਸ ਹੋ ਗਿਆ। ਜਿੱਥੇ ਬੀਜੇਪੀ ਇਹ ਕਹਿ ਰਹੀ ਸੀ 117 ਸੀਟਾਂ ਤੇ ਅਸੀਂ ਇਕੱਲੇ ਲੜਾਂਗੇ, ਹੁਣ ਉਹ ਫਿਰ ਵਾਪਸ ਬੈਕਫੁੱਟ ਤੇ ਆ ਕੇ ਉਹਨਾਂ ਨੂੰ ਸਿਲੈਕਟਡ ਸੀਟਾਂ ਮਿਲਣਗੀਆਂ। ਇਹ ਸਾਰਿਆਂ 'ਚ ਬੀਜੇਪੀ ਦਾ ਆਪਣਾ ਕਾਰਿਆਕਰਤਾ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਬੈਕਫੁੱਟ ਤੇ ਆ ਗਿਆ ਜਾਂ ਨਿਰਾਸ਼ ਹੈ? ਨਹੀਂ, ਐਸੀ ਕੋਈ ਗੱਲ ਨਹੀਂ। ਦੇਖੋ, ਅਸੀਂ ਪੰਜਾਬ ਦੇ ਵਿੱਚ ਪਹਿਲੋਂ 23 ਸੀਟਾਂ 'ਤੇ ਲੜਦੇ ਸੀ, ਔਰ ਬਾਕੀ ਸੀਟਾਂ ਜਿਹੜੇ ਸਾਡਾ ਅਕਾਲੀ ਦਲ ਲੜਦਾ ਸੀ, ਔਰ ਅੱਜ ਅਸੀਂ ਜਿਹੜਾ ਪੰਜਾਬ ਚਾਹੁੰਦਾ ਸੀ ਕਿ ਵੀ ਅਸੀਂ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਬੀਜੇਪੀ 117 ਸੀਟਾਂ 'ਤੇ ਲੜੇ, ਔਰ ਅੱਜ ਅਸੀਂ 117 ਸੀਟਾਂ 'ਤੇ ਲੜਨ ਜਾ ਰਹੇ ਹਾਂ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਬਾਕੀ ਠੀਕ ਹੈ, ਜਦੋਂ ਕੋਈ ਨਾਲ ਸਹਿਯੋਗੀ ਮਿਲਦੇ ਨੇ ਅਤੇ ਉਹ ਥੋੜ੍ਹੀਆਂ ਬਹੁਤੀਆਂ ਜਿਹੜੀਆਂ ਸਾਡੀਆਂ ਸੀਟਾਂ ਨੇ, ਜੇ ਅਸੀਂ ਸਾਡੇ ਜਿਹੜੇ ਨਾਲ ਜੁਆਇਨਿੰਗ ਕਰ ਰਹੇ ਨੇ, ਜਿਹੜੇ ਲੋਕ ਆ ਰਹੇ ਨੇ, ਜਿਹੜੇ ਚਾਹੇ ਕੈਪਟਨ ਸਾਹਿਬ ਨੇ ਜਾਂ ਢੀਂਡਸਾ ਸਾਹਿਬ ਨੇ, ਜੋ ਵੀ ਉਹਨੂੰ ਸੀਟਾਂ ਮਿਲਣਗੀਆਂ ਉਹ ਆਪਣੇ ਸੀਟਾਂ 'ਤੇ ਉਹ ਲੜਨਗੇ। ਔਰ ਦੇਖੋ, ਪੰਜਾਬ ਬਹੁਤ ਵੱਡਾ ਹੈ, ਉਹ ਜਿਹੜਾ ਸਾਡੇ ਕਾਰਿਆਕਰਤਾ ਵੇ ਜਿਹੜਾ ਪੰਜਾਬ ਦਾ, ਉਹ ਬਿਲਕੁਲ ਖੁਸ਼ ਹੈ ਇਸ ਗੱਲ ਤੋਂ ਕਿ ਆਉਣ ਵਾਲੇ ਟਾਈਮ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਰਹੀ ਹੈ,
ਅਸੀਂ ਕਿਸੇ ਦੇ ਜਿੱਦਾਂ ਪਿੱਛੇ ਜੇ ਇੰਨੇ ਸਾਲਾਂ ਦੇ ਵਿੱਚ ਅਸੀਂ ਸਰਕਾਰ 'ਚ ਹੁੰਦੇ ਹੋਏ ਸੋਚਦੇ ਸੀ ਵੀ ਸਾਡੀ ਸਰਕਾਰ ਨਹੀਂ ਹੈਗੀ, ਤੇ ਅੱਜ ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਪੰਜਾਬ ਦੇ ਵਿੱਚ, ਤੇ ਸਾਡਾ ਜਿਹੜਾ ਵਰਕਰ ਹੈ ਖੁਸ਼ ਹੈ। ਸਾਡਾ ਵਰਕਰ ਦੇ ਕਿਸੇ 'ਚ ਇਹ ਬਿਲਕੁਲ ਗੱਲ ਨਹੀਂ ਹੈਗੀ ਵੀ ਕੋਈ ਬਾਹਰੋਂ ਲੋਕ ਆ ਰਹੇ ਨੇ ਵੀ ਉਹ ਸਾਡੀ ਕੋਈ ਟਿਕਟ ਜਿਹੜੀ ਹੈ ਉਹ ਵੀ ਕੋਈ ਨਾ ਮਿਲੇ। ਜਿਹੜੇ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਵੇ ਉਹਨੂੰ ਟਿਕਟ ਦੀ ਚਾਹ ਨਹੀਂ ਹੁੰਦੀ। ਦੇਖੋ ਅਸੀਂ ਮੈਂ ਗੱਲਬਾਤ ਕਰਾਂਗਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਇਸ ਵਾਰ ਵੀ ਤੁਸੀਂ ਜਿਵੇਂ ਕਿਹਾ ਕਿ ਪੰਜਾਬ 'ਚ ਹਜੇ ਤੱਕ 23 ਸੀਟਾਂ ਤੇ ਬੀਜੇਪੀ ਆਪ ਲੜਦੀ ਸੀ, ਸੋ ਇਸ ਵਾਰ ਵੀ 23 ਸੀਟਾਂ ਤੇ ਹੀ ਲੜੋਗੇ 117 ਚੋਂ, ਜਾਂ ਕੁਝ ਵਧਣਗੀਆਂ? ਨਹੀਂ, ਅਸੀਂ ਮੈਨੂੰ ਇਹ ਤਾਂ ਨਹੀਂ ਮੈਂ ਕਹਿ ਸਕਦਾ ਵੀ ਅਸੀਂ ਕਿੰਨੀਆਂ ਸੀਟਾਂ 'ਤੇ ਲੜਾਂਗੇ, ਪਰ ਅਸੀਂ ਮੇਰੇ ਖਿਆਲ ਅਸੀਂ 70 ਤੋਂ 80% ਜਿਹੜੀਆਂ 80% ਦੇ ਕਰੀਬ 85% ਦੇ ਕਰੀਬ ਭਾਰਤੀ ਜਨਤਾ ਪਾਰਟੀ ਦੇ ਅਸੀਂ ਲੜਨ ਜਾ ਰਹੇ ਹਾਂ। ਔਰ ਸਾਡੇ ਕਾਰਜਕਰਤਾ ਬਹੁਤ ਖੁਸ਼ ਹੈ, ਕਿਉਂਕਿ ਦੇਖੋ ਸਾਨੂੰ ਖੁਸ਼ੀ ਅੱਜ ਇਸ ਚੀਜ਼ ਦੀ ਹੈ ਕਿ ਜਿਹੜੇ ਲੋਕ ਟੁੱਟ ਕੇ ਆ ਰਹੇ ਨੇ, ਜਿਨ੍ਹਾਂ ਨੇ ਇੰਨੇ ਸਾਲ ਰਾਜ ਕੀਤਾ ਹੋਵੇ, ਉਹ ਜਿਹੜੇ ਅੱਜ ਤੱਕ ਹਿੰਦੁਸਤਾਨ ਦੇ ਵਿੱਚ ਜਦੋਂ ਦੀ ਬੀਜੇਪੀ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਆਈ ਹੈ, ਇੱਕ ਵੀ ਕਰਪਸ਼ਨ ਦਾ ਕੋਈ ਬੋਲਬਾਲਾ ਨਹੀਂ। ਔਰ ਜਿੰਨਾ ਪੈਸਾ ਹਿੰਦੁਸਤਾਨ ਦਾ ਉਹ ਕੰਮ 'ਤੇ ਲੱਗ ਰਿਹਾ ਵੇ, ਡਿਵੈਲਪਮੈਂਟ 'ਤੇ ਲੱਗ ਰਿਹਾ ਹੈ, ਔਰ ਉਹਨੂੰ ਦੇਖ ਕੇ ਲੋਕ ਜਿਹੜੇ ਨੇ ਸਾਡੇ 'ਚ ਆ ਰਹੇ ਨੇ। ਔਰ ਸਾਡੇ ਜਿਹੜੇ ਵਰਕਰ ਨੇ ਵੀ ਬਿਲਕੁਲ ਖੁਸ਼ ਹੈਗੇ ਨੇ ਇਸ ਗੱਲ ਤੋਂ ਕਿ ਅਸੀਂ ਆਉਣ ਵਾਲੇ ਟਾਈਮ 'ਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣੀ ਹੈ। ਅਤੇ ਦੇਖੋ ਕੁਛ ਤੋਂ ਲੋਕ ਨਾਲ ਨਵੇਂ ਆਉਣਗੇ, ਜਿਹੜੇ ਚਿਹਰੇ ਨਵੇਂ ਆ ਰਹੇ ਨੇ। ਸਾਡਾ ਵਰਕਰ ਬਿਲਕੁਲ ਖੁਸ਼ ਹੈ, ਐਸੀ ਕੋਈ ਗੱਲ ਨਹੀਂ। ਸਰ, ਇੱਕ ਤੁਹਾਡੇ ਤੋਂ ਪੁੱਛਣਾ ਚਾਹਾਂਗੇ, ਨਵਜੋਤ ਸਿੰਘ ਸਿੱਧੂ ਜਿਹੜੇ ਕਾਂਗਰਸ ਦੇ ਪ੍ਰਧਾਨ ਹੈਗੇ ਆ ਪੰਜਾਬ ਦੇ, ਉਹ ਬਾਰ-ਬਾਰ ਇੱਕ ਜੁਮਲਾ ਕੱਸ ਰਹੇ ਆ ਆਪਣੇ ਸੰਬੋਧਨ ਦੇ ਵਿੱਚ। ਉਹ ਕਹਿ ਰਹੇ ਆ ਕਿ ਇਹ ਈਡੀ ਪ੍ਰੇਮ ਹੈਗਾ, ਈਡੀ ਪ੍ਰੇਮ ਕਰਕੇ ਲੋਕ ਇੱਧਰੋਂ ਉੱਧਰ ਜਾ ਰਹੇ ਆ। ਇਹ ਸਰ ਕੀ ਹੈ ਈਡੀ ਪ੍ਰੇਮ, ਥੋੜ੍ਹਾ ਦੱਸੋਗੇ? ਇਹ ਕਿਹਦੇ ਵੱਲ ਇਸ਼ਾਰਾ ਹੈ? ਦੇਖੋ, ਸਿੱਧੂ ਸਾਹਿਬ ਦੇ ਬਾਰੇ ਵੈਸੇ ਤਾਂ ਮੈਂ ਗੱਲ ਕੋਈ ਨਹੀਂ ਕਰਨਾ ਚਾਹੁੰਦਾ, ਕਿਉਂਕਿ ਸਿੱਧੂ ਸਾਹਿਬ ਸਵੇਰੇ ਕੁਛ ਹੋਰ ਕਹਿੰਦੇ ਨੇ, ਦੁਪਹਿਰੀ ਕੁਛ ਹੋਰ ਕਹਿੰਦੇ ਨੇ, ਰਾਤੀ ਕੁਛ ਹੋਰ ਕਹਿੰਦੇ ਨੇ। ਉਹ ਆਪਣੀ ਪਾਰਟੀ ਦੇ ਬਾਰੇ ਜੋ ਕਹਿ ਰਹੇ ਨੇ, ਸੰਦੀਪ ਜੀ ਤੁਸੀਂ ਸਾਰਾ ਉਹਦੇ ਬਾਰੇ ਸੁਣ ਰਹੇ ਹੋ। ਉਸ ਬੰਦੇ ਦੀ ਜਿਹੜੀ ਉਹਨੇ ਆਪਣੀ ਜਿਹੜੀ ਉਹਦੀ ਰੈਪੂਟੇਸ਼ਨ ਜਦੋਂ ਬੀਜੇਪੀ 'ਚ ਹੈਗਾ ਸੀ, ਉਹਨੇ ਖ਼ਤਮ ਕਰ ਲਈ ਹੈ, ਕਿਉਂਕਿ ਸਾਰਾ ਦਿਨ ਝੂਠ ਬੋਲਣਾ, ਲੋਕਾਂ ਨੂੰ ਬੇਵਕੂਫ ਬਣਾਉਣਾ ਇਸ ਟਾਈਮ ਉਹਦਾ ਕੰਮ ਇਹ ਹੈ। ਔਰ ਲੋਕਾਂ ਨੂੰ ਠੀਕ ਹੈ, ਉਹ ਮੇਰਾ ਖਿਆਲ ਹੈ। ਪਰ ਮੈਂ ਤਾਂ ਈਡੀ ਪ੍ਰੇਮ ਬਾਰੇ ਪੁੱਛਿਆ, ਮੈਂ ਤਾਂ ਸਿੱਧੂ ਸਾਹਿਬ ਬਾਰੇ ਪੁੱਛਿਆ ਹੀ ਨਹੀਂ। ਈਡੀ ਪ੍ਰੇਮ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਜਦੋਂ ਤੁਹਾਡੇ ਤੁਸੀਂ 60-70 ਸਾਲ ਤੁਸੀਂ ਰਾਜ ਕੀਤਾ ਹੈ, ਅਤੇ ਉਸ ਟਾਈਮ ਈਡੀ ਜਿਹੜੀ ਨਹੀਂ ਸੀ ਹੈਗੀ। ਦੇਖੋ ਹਰ ਮਹਿਕਮਾ ਹੈ, ਉਹ ਮਹਿਕਮੇ ਨੇ ਕੰਮ ਕਰਨਾ। ਪਹਿਲੋਂ ਈਡੀ ਦਾ ਕੋਈ ਈਡੀ ਪ੍ਰੇਮ ਲੋਕਾਂ ਨਾਲ ਨਹੀਂ ਸੀ ਕਰਦੀ, ਉਸ ਟਾਈਮ ਵੀ ਪ੍ਰੇਮ ਕਰਦੀ ਸੀ। ਜੇ ਤੁਸੀਂ ਕੋਈ ਜਿਹੜਾ ਦੇਸ਼ ਨੂੰ ਲੁੱਟਿਆ ਹੋਇਆ, ਜੇ ਅੱਜ ਉਹ ਈਡੀ ਸਾਹਮਣੇ ਲਿਆ ਰਹੀ ਹੈ ਵੀ ਦੇਸ਼ ਨੂੰ ਲੁੱਟਿਆ ਹੋਇਆ ਜਿਹੜਾ ਵੇ, ਉਹਨਾਂ ਜਿਹੜੇ ਚੋਰ ਸਨ ਜਿਨ੍ਹਾਂ ਨੇ ਦੇਸ਼ ਨੂੰ ਲੁੱਟ ਕੇ ਖਾ ਗਏ ਨੇ, ਅੱਜ ਉਹਨਾਂ ਨੂੰ ਨੰਗਿਆਂ ਕਰ ਰਹੀ ਹੈ ਈਡੀ, ਤੇ ਇਹਦੇ 'ਚ ਕੀ ਬੁਰਾਈ ਕੀ ਹੈ? नहीं पर ਉਹ ਕਹਿੰਦੇ ਨਾ, ਇਸ਼ਾਰੋਂ ਕੋ ਅਗਰ ਸਮਝੋ ਰਾਜ ਕੋ ਰਾਜ ਰਹਿਣੇ ਦੋ। ਉਹ ਇਸ਼ਾਰਾ ਇੱਦਾਂ ਦਾ ਕੁਛ ਤੰਜ ਇੱਦਾਂ ਦਾ ਕੱਸ ਰਹੇ ਕਿ ਜਿਹੜਾ ਬੀਜੇਪੀ 'ਚ ਜਾ ਰਿਹਾ ਉਹਨੂੰ ਈਡੀ ਤੋਂ ਰਾਹਤ ਮਿਲ ਜਾਏਗੀ, ਉਹਨੂੰ ਸ਼ਾਇਦ ਈਡੀ ਤੋਂ। ਮੈਨੂੰ ਲੱਗਦਾ ਕਿ ਉਹ ਇਸ਼ਾਰਿਆਂ 'ਚ ਇੱਦਾਂ ਦੀ ਗੱਲ ਕਹਿਣਾ ਚਾਹ ਰਿਹਾ ਕਿ ਜਿਨ੍ਹਾਂ ਨੂੰ ਈਡੀ ਦਾ ਡਰ ਹੈ ਸਿਰਫ ਉਹੀ ਬੀਜੇਪੀ 'ਚ ਜਾ ਰਿਹਾ। ਸੋ ਕਹਿਣ ਦਾ ਮਤਲਬ ਜਿਹੜੇ ਬੀਜੇਪੀ ਦੇ ਕਾਰਜਕਰਤਾ ਜਾਂ ਬੀਜੇਪੀ ਦੇ ਲੀਡਰ ਹੈ ਜਾਂ ਬੀਜੇਪੀ ਨਾਲ ਜੁੜੇ ਕਾਰੋਬਾਰੀ ਹੈ, ਉਹਨਾਂ 'ਤੇ ਈਡੀ ਨਹੀਂ ਰੇਡ ਮਾਰਦੀ। ਜਿਹੜਾ ਬੀਜੇਪੀ ਦੇ ਵਿੱਚ ਅੱਜ ਤੱਕ ਸੰਦੀਪ ਜੀ ਲੋਕ ਆਏ ਨੇ, ਮੈਨੂੰ ਉਹਨਾਂ 'ਚੋਂ ਇੱਕ ਬੰਦਾ ਦੱਸ ਦਿਓ ਜਿਸ 'ਤੇ ਕੋਈ ਕਰਪਸ਼ਨ ਦੇ ਕੇਸ ਬਣੇ ਹੋਣ ਵੀ ਉਹ ਈਡੀ ਤੋਂ ਡਰ ਕੇ ਆਏ ਨੇ। ਐਸੀ ਕੋਈ ਗੱਲ ਨਹੀਂ। ਸਿੱਧੂ ਸਾਹਿਬ ਸਿਰਫ ਆਪਣੀ ਰਾਜਨੀਤੀ ਚਮਕਾ ਰਹੇ ਨੇ। ਔਰ ਜਿਹੜਾ ਈਡੀ ਪ੍ਰੇਮ ਕਹਿ ਰਹੇ ਨੇ, ਈਡੀ ਪ੍ਰੇਮ ਜਿਹੜਾ ਵੀ ਉਹ ਪਤਾ ਨਹੀਂ ਕਿਉਂ ਜੁਮਲੇਬਾਜ਼ੀ ਉਹ ਸੁਣਾ ਰਹੇ ਨੇ, ਸਾਡੀ ਸਮਝ ਤੋਂ ਗੱਲ ਬਾਹਰ ਹੈ ਬਿਲਕੁਲ। ਔਰ ਇਹ ਲੋਕਾਂ ਦੇ ਵਿੱਚ ਇਲੈਕਸ਼ਨ ਆਏ ਨੇ, ਕੋਈ ਨਾ ਕੋਈ ਇਹੋ ਜਿਹੀ ਬਿਆਨਬਾਜ਼ੀ ਕਰਕੇ ਜਿਹੜਾ ਵੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਲੋਕੀ ਸਭ ਜਾਣਦੇ ਨੇ ਵੀ ਈਡੀ ਪਿਆਰ ਜਿਹੜੀ ਕਰ ਰਹੀ ਉਹ ਕਿਹਨਾਂ ਲੋਕਾਂ ਨਾਲ ਕਰ ਰਹੀ ਹੈ। ਈਡੀ ਪਿਆਰ ਕਰ ਰਹੀ ਹੈ ਜਿਹੜੇ ਦੇਸ਼ ਨੂੰ, ਤੁਹਾਨੂੰ ਦੱਸਿਆ ਵੀ ਜਿਹੜੇ ਲੋਕਾਂ ਨੇ ਖਾਧਾ ਹੈ, ਜਿਨ੍ਹਾਂ ਨੇ ਦੇਸ਼ ਨਾਲ ਘਪਲਾ ਕੀਤਾ ਹੋਵੇ, ਜਿਹੜੇ ਸਾਡੇ ਜਿਹੜੇ ਗਰੀਬ ਲੋਕਾਂ ਦਾ, ਇਹੋ ਜਿਹੇ ਕੁਝ ਨੇਤਾ ਗਲਤੀ ਨਾਲ ਜੇ ਬੀਜੇਪੀ 'ਚ ਸ਼ਾਮਲ ਹੋ ਜਾਣਗੇ, ਉਹਨਾਂ 'ਤੇ ਵੀ ਈਡੀ ਪ੍ਰੇਮ ਰਹੇਗਾ। ਜਿਹੜਾ ਲੋਕਾਂ ਦੇ ਪੈਸੇ, ਜਿਹੜੇ ਸਾਡੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਇੰਨੇ ਵੱਡਾ ਜਿਹੜੇ ਫੰਡ ਆਏ, ਅੱਜ ਪੰਜਾਬ ਦੇ ਵਿੱਚ ਸਾਡੇ ਸਮਾਰਟ ਸਿਟੀ ਦੇ ਨਾਂ 'ਤੇ ਬਹੁਤ ਜ਼ਿਆਦਾ ਫੰਡ ਆਇਆ, ਠੀਕ ਹੈ, ਔਰ ਉਹਦਾ ਘਪਲਾ ਹੋਇਆ। ਜੇ ਕੱਲ੍ਹ ਨੂੰ ਉਹਨਾਂ ਮੰਤਰੀਆਂ ਦੇ ਉੱਪਰ ਈਡੀ ਜਾਂ ਕੋਈ ਵੀ ਮਹਿਕਮਾ ਜੇ ਕੋਈ ਉਹ ਕਰਦਾ ਹੈ, ਸਖਤੀ ਕਰਦਾ ਹੈ, ਤਾਂ ਦੱਸੋ ਕੀ ਮਾੜੀ ਗੱਲ ਹੈ। ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਸਮਾਰਟ ਸਿਟੀ ਪੰਜਾਬ ਬਣੇ, ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਸਾਡੇ ਲਗਾ ਲਓ ਸਮਾਰਟ ਸਿਟੀ ਦੇ ਵਿੱਚ ਉਹਨਾਂ ਨੇ ਕਾਫੀ ਪੈਸਾ ਭੇਜਿਆ। ਅੱਜ ਸਮਾਰਟ ਸਿਟੀ ਦੇ ਵਿੱਚ ਉਹ ਪੈਸਾ ਕਿੱਥੇ ਲੱਗਾ ਹੈ? ਅੱਜ ਉਹ ਸਮਾਰਟ ਸਿਟੀ ਦੇ ਜਿਹੜੇ ਪੈਸੇ ਨੇ ਉਹਦਾ ਮਿਸਯੂਜ਼ ਹੋ ਰਿਹਾ, ਔਰ ਉਹਦੇ ਵਾਸਤੇ ਈਡੀ ਤੇ ਇਨਕੁਆਇਰੀ ਕਰੇਗੀ ਨਾ, ਜਾਂ ਕੋਈ ਹੋਰ ਮਹਿਕਮਾ ਕਰੇਗਾ ਨਾ। ਜੇ ਉਹ ਕਰੇਗਾ ਤਾਂ ਕੀ ਬੁਰਾਈ ਹੈ? ਸਾਡੇ ਲੋਕਾਂ ਦਾ ਪੈਸਾ, ਜਿਹੜੇ ਗਰੀਬ ਲੋਕ ਨੇ ਉਹਨਾਂ ਵਾਸਤੇ, ਸ਼ਹਿਰ ਨੂੰ ਵਧੀਆ ਬਣਾਉਣ ਵਾਸਤੇ ਜਾਂ ਗਰੀਬ ਲੋਕਾਂ ਵਾਸਤੇ ਜਿਹੜਾ ਪੈਸਾ ਭੇਜਿਆ ਗਿਆ, ਉਹ ਇੱਕ ਆਪ ਮਿਸਯੂਜ਼ ਕਰਕੇ ਆਪ ਇਹ ਖਾ ਰਹੇ ਨੇ।
ਤੇ ਈਡੀ ਪਿਆਰ ਤੇ ਕਰੇਗਾ ਇਹਨਾਂ ਲੋਕਾਂ ਨੂੰ। ਸਰ ਮੈਂ ਇਹ ਪੁੱਛਣਾ ਚਾਹਾਂਗਾ ਤੁਸੀਂ ਗੱਲਬਾਤ ਕੀਤੀ ਹੈ ਕਿ ਇਹ ਵੀ ਬਹੁਤ ਪਿਛਲੇ WhatsApp ਤੇ ਫੈਲਾਇਆ ਜਾ ਰਿਹਾ ਬੀਜੇਪੀ ਦੇ ਵਰਕਰਾਂ ਵੱਲੋਂ ਸ਼ਾਇਦ ਕਿ ਮੋਦੀ ਜੀ ਆ ਰਹੇ ਹੈ ਇੰਨੀ ਤਰੀਕ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ 27 ਤਰੀਕ ਤੋਂ ਪਹਿਲਾਂ 6-7 ਮੰਤਰੀਆਂ ਦੇ ਨਾਮ ਕਾਂਗਰਸ ਦੇ ਦਿੱਤੇ ਜਾ ਰਹੇ ਸੀ ਕਿ ਇਹ ਸਾਰੇ ਦੇ ਸਾਰੇ ਬੀਜੇਪੀ 'ਚ ਸ਼ਾਮਲ ਹੋ ਜਾਣਗੇ 27 ਤਰੀਕ ਕਹੀ ਜਾ ਰਹੀ ਸੀ ਤੇ ਕਿਆਸ ਇਹ ਲਗਾਏ ਜਾ ਰਹੇ ਸੀ ਸ਼ਾਇਦ ਉਸ ਤੋਂ ਕਿਉਂਕਿ ਮੋਦੀ ਜੀ ਆ ਰਹੇ ਉਸ ਤੋਂ ਪਹਿਲਾਂ ਇਹ ਜੁਆਇਨ ਕਰ ਜਾਣਗੇ। ਅਸੀਂ ਦੇਖਿਆ 27 ਤਾਂ ਲੰਘ ਗਈ ਤੇ ਕਾਂਗਰਸੀ ਇਹ ਆਰੋਪ ਲਗਾ ਰਹੇ ਆ ਕਿ ਇਹ ਬੀਜੇਪੀ ਦੀ ਚਾਲ ਹੈ ਇੱਦਾਂ ਦੀ ਸਾਨੂੰ ਬਦਨਾਮ ਕਰਨ ਲਈ ਡੀਫੇਮ ਕਰਨ ਲਈ। ਪਰ ਤੁਸੀਂ ਇਹਦੇ ਵਿੱਚ ਦੱਸੋ ਸੱਚਾਈ। ਦੇਖੋ 27 ਤਰੀਕ ਦੇ ਬਾਰੇ ਸਾਨੂੰ ਮੋਦੀ ਜੀ ਦੇ ਪੰਜਾਬ ਵਿੱਚ ਆਉਣ ਦੇ ਬਾਰੇ ਬਿਲਕੁਲ ਨਹੀਂ ਸੀ ਪਤਾ ਜੀ। ਇਹ ਅਫਵਾਹ ਕਿੰਨੇ ਉਡਾਈ ਹੈ, ਇਹਨਾਂ ਲੋਕਾਂ ਨੇ ਉਡਾਈ ਹੈ ਜਿਹੜੇ ਕਾਂਗਰਸ ਦੇ ਲੋਕ ਨੇ। ਔਰ ਹੁਣ 5 ਤਰੀਕ ਨੂੰ ਮੋਦੀ ਜੀ ਆ ਰਹੇ ਨੇ ਔਰ ਸਾਰਾ ਪੇਪਰਾਂ 'ਚ ਆ ਚੁੱਕਾ ਹੈ, TV 'ਚ ਆ ਚੁੱਕਾ ਹੈ ਕਿ ਜਿਹੜੇ ਮੋਦੀ ਜੀ ਫਿਰੋਜ਼ਪੁਰ ਦੇ ਵਿੱਚ ਰੈਲੀ ਕਰ ਰਹੇ ਨੇ। ਦੇਖੋ ਸਾਰੇ ਜੱਗ ਜਾ ਰਹੇ। ਉਸ ਟਾਈਮ ਕਿਸੇ ਇੱਕ ਵੀ ਬੀਜੇਪੀ ਦੇ ਕਾਰਜਕਰਤਾ ਨੇ ਕਿਹਾ ਹੋਵੇ ਕਿ ਮੋਦੀ ਜੀ ਦੇ ਬਾਰੇ ਪਤਾ ਵੀ ਉਹ 27 ਤਰੀਕ ਨੂੰ ਆ ਰਹੇ ਨੇ ਤੇ ਮੈਨੂੰ ਦੱਸ ਦਿਓ। ਨਹੀਂ ਮੈਂ ਕਿਹਾ ਚਲੋ ਉਹ ਡੇਟ ਅੱਗੇ ਪਿੱਛੇ ਹੋ ਸਕਦੀ ਹੈ ਪਰ ਇਹ ਕਿਹਾ ਜਾ ਰਿਹਾ ਨਾਲ ਕਿ 6 ਤੋਂ 7 ਮੰਤਰੀਆਂ ਦੇ ਨਾਮ ਦਿੱਤੇ ਜਾ ਰਹੇ ਸੀ। ਉਹਦੇ ਵਿੱਚ ਲੁਧਿਆਣੇ ਦੇ ਇੱਕ ਮੰਤਰੀ ਦਾ ਵੀ ਨਾਮ ਦਿੱਤਾ ਜਾ ਰਿਹਾ ਸੀਗਾ ਕਿ ਇਹ ਸਭ ਬੀਜੇਪੀ 'ਚ ਸ਼ਾਮਲ ਹੋ ਰਹੇ ਹੈ। ਤੁਸੀਂ ਇਹਦੇ ਵਿੱਚ ਸੱਚਾਈ ਦੱਸੋ। ਆਫਟਰ ਆਲ ਤੁਸੀਂ ਪੰਜਾਬ ਕਾਰਿਆਕਾਰਨੀ ਦੇ ਮੇਨ ਇੱਕ ਮੈਂਬਰ ਹੈਗੇ ਹੋ ਕਿ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਕਾਂਗਰਸ ਦੇ ਲੋਕ, ਅਕਾਲੀ ਦਲ ਦੇ ਲੋਕ, ਆਮ ਆਦਮੀ ਪਾਰਟੀ ਦੇ ਲੋਕ ਦੀ ਬਹੁਤ ਵੱਡੀ ਚੌੜੀ ਲਿਸਟ ਹੈਗੀ ਹੈ ਜਿਹੜੇ ਪੰਜਾਬ ਦੇ ਵਿੱਚ ਬੀਜੇਪੀ 'ਚ ਜੁਆਇਨਿੰਗ ਕਰਨਾ ਚਾਹੁੰਦੇ ਨੇ। ਔਰ ਉਹ ਠੀਕ ਹੈ ਸਾਡੇ ਕੋਲ ਲਿਸਟ ਜ਼ਰੂਰ ਹੈਗੀ ਹੈ ਪਰ ਉੱਪਰ ਉਹ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਨੇ ਨੱਡਾ ਜੀ ਉਹਨਾਂ ਕੋਲ ਲਿਸਟ ਜਾਂਦੀ ਹੈ ਔਰ ਉਹ ਦੇਖਦੇ ਨੇ ਕਿਹੜੇ ਬੰਦੇ ਨੂੰ ਲੈਣਾ ਕਿਹੜੇ ਬੰਦੇ ਨੂੰ ਨਹੀਂ ਲੈਣਾ। ਜਿਹੜਾ ਇੱਥੇ ਕਰਪਸ਼ਨ ਕਰਕੇ ਜਿਹਨੇ ਪੰਜਾਬ ਨੂੰ ਲੁੱਟਿਆ ਹੋਇਆ ਅੱਜ ਅਸੀਂ ਉਹਨੂੰ ਕਿੱਦਾਂ ਲੈ ਲਾਂਗੇ। ਜਿਨ੍ਹਾਂ ਦੇ ਉੱਪਰ ਏਡੇ ਵੱਡੇ ਕੇਸ ਜਿਨ੍ਹਾਂ ਨੇ ਘਪਲੇ ਕੀਤੇ ਨੇ ਜਾਂ ਲੋਕਾਂ ਨੂੰ ਗੁੰਮਰਾਹ ਕੀਤਾ ਹੋਵੇ ਬੀਜੇਪੀ ਐਸੇ ਕਿਸੇ ਕਾਰਜਕਰਤਾ ਨੂੰ ਕਾਂਗਰਸ ਦੇ ਨੂੰ ਜਾਂ ਅਕਾਲੀ ਦਲ ਦੇ ਨੂੰ ਬਿਲਕੁਲ ਨਹੀਂ ਲਏਗੀ। ਅਸੀਂ ਉਹਨਾਂ ਲੋਕਾਂ ਦੇ ਨਾਲ ਹੀ ਸਾਡਾ ਜਿਹੜਾ ਬੀਜੇਪੀ ਦੇ ਜੁਆਇਨਿੰਗ ਕਰ ਰਹੇ ਹਾਂ ਜਿਨ੍ਹਾਂ ਲੋਕਾਂ ਦੀ ਛਵੀ ਸਾਫ਼ ਹੈ ਜਾਂ ਜਿਨ੍ਹਾਂ ਨੇ ਲੋਕਾਂ ਵਾਸਤੇ ਕੰਮ ਕੀਤਾ ਹੈ, ਗਰੀਬ ਦਾ ਕਿਸੇ ਦਾ ਭਲਾ ਕੀਤਾ ਹੈ। ਅਸੀਂ ਉਹਨਾਂ ਲੋਕਾਂ ਨੂੰ ਬਿਲਕੁਲ ਲਿਸਟ ਹੈਗੀ ਹੈ ਪਰ ਉਹ ਉੱਪਰੋਂ ਸਾਡੇ ਜਿਹੜੇ ਪ੍ਰਧਾਨ ਨੇ ਨੱਡਾ ਜੀ JP ਨੱਡਾ ਜੀ ਉਹ ਦੇਖ ਕੇ ਹੀ ਸਿਲੈਕਟ ਕਰਕੇ ਅਮਿਤ ਸ਼ਾਹ ਜੀ ਸਾਡੇ ਲੈਂਦੇ ਨੇ ਵੀ ਕਿਸ ਨੂੰ ਲੈਣਾ ਜਾਂ ਕਿਹਨੂੰ ਨਹੀਂ ਲੈਣਾ। ਓਕੇ ਸੋ ਤੁਹਾਡੇ ਹਿਸਾਬ ਨਾਲ ਕਿ ਜੇ ਕਰਪਟ ਬੰਦੇ ਹੈਗੇ ਆ ਉਹ ਆਉਣਾ ਚਾਹੁੰਦੇ ਵੀ ਹੈ ਤੇ ਇੱਦਾਂ ਨਹੀਂ ਹੈ ਕਿ ਉਹਨਾਂ ਦੀ ਦਰਬਾਰ ਖੁੱਲ੍ਹੇ ਆ ਉਹ ਨਹੀਂ ਆ ਸਕਦੇ? ਨਹੀਂ ਬਿਲਕੁਲ ਅਸੀਂ ਜਿਨ੍ਹਾਂ 'ਤੇ ਕੋਈ ਐਸੇ ਕੇਸ ਚੱਲਦੇ ਪਏ ਕਰਪਸ਼ਨ ਦੇ ਕੇਸ ਚੱਲਦੇ ਪਏ ਨੇ ਜਾਂ ਜਿਨ੍ਹਾਂ ਦਾ ਸਾਹਮਣੇ ਆ ਚੁੱਕਾ ਹੈ ਵੀ ਇਹਨਾਂ ਨੇ ਕੋਈ ਹਜ਼ਾਰਾਂ ਕਰੋੜਾਂ ਰੁਪਏ ਦੇ ਲੱਖਾਂ ਕਰੋੜਾਂ ਰੁਪਏ ਦੇ ਜਿਹੜੇ ਘਪਲੇ ਕੀਤੇ ਨੇ ਅਸੀਂ ਉਹਨਾਂ ਨੂੰ ਆਪਣੇ 'ਚ ਲਿਆ ਕੇ ਤੇ ਅਸੀਂ ਕੋਈ ਦੇਖੋ ਸਰਕਾਰ ਅਸੀਂ ਬਣਾਉਣਾ ਚਾਹੁੰਦੇ ਹਾਂ ਲੋਕਾਂ ਦੇ ਜਿਹੜੇ ਉਹਨਾਂ ਲੋਕਾਂ ਨੂੰ ਲਿਆ ਕੇ ਬਣਾਉਣਾ ਚਾਹੁੰਦੇ ਹਾਂ ਜਿਹੜੇ ਲੋਕਾਂ ਦਾ ਕੰਮ ਕਰ ਸਕਣ, ਪੰਜਾਬ ਦਾ ਭਲਾ ਕਰ ਸਕਣ, ਦੇਸ਼ ਹਿੱਤ ਦੇ ਵਾਸਤੇ ਕੰਮ ਕਰਨ। ਉਹ ਆਪਣੇ ਪੈਸੇ ਕਮਾਉਣ ਦੀ ਖਾਤਰ ਕੋਈ ਐਸਾ ਕੰਮ ਨਾ ਕਰਨ ਜਿਹਦੇ 'ਚ ਕੋਈ ਬਦਨਾਮੀ ਹੋਵੇ। ਸਾਨੂੰ ਇਹੋ ਜਿਹਾ ਕਿਸੇ ਕਾਰਜਕਰਤਾ ਦੀ ਜਾਂ ਕਿਸੇ ਦੇ ਲੀਡਰ ਦੀ ਜਾਂ ਕਿਸੇ ਮੰਤਰੀ ਦੀ ਲੋੜ ਨਹੀਂ। ਸਰ ਇੱਕ ਆਖਰੀ ਕੁਐਸਚਨ ਇਹ ਹੈ ਕਿ ਤੁਸੀਂ ਲੁਧਿਆਣਾ ਦੇ ਸੈਂਟਰ ਹਲਕਾ ਦੇ ਇੰਚਾਰਜ ਵੀ ਰਹੇ ਹੋ, ਪਿਛਲੀ ਵਾਰੀ ਇਲੈਕਸ਼ਨ ਵੀ ਲੜੇ ਸੀਗੇ, ਠੀਕ ਹੈ, ਜਿੱਥੇ ਤੱਕ ਕੁਛ ਇਹੋ ਜਿਹੀਆਂ ਗੱਲਾਂ ਵੀ ਆ ਰਹੀਆਂ ਕਿ ਇਸ ਟਾਈਮ ਮੌਜੂਦਾ ਸਰਕਾਰ ਤੁਹਾਡੀ ਨਹੀਂ ਹੈ ਪਰ ਸੈਂਟਰ ਹਲਕੇ ਦੇ ਵਿੱਚ ਇਸ ਟਾਈਮ ਇਹ ਕਿਹਾ ਜਾ ਰਿਹਾ ਖਾਸ ਕਰਕੇ ਕੁਝ ਸਿਲੈਕਟਡ ਇਲਾਕੇ ਹੈਗੇ ਹੈ ਜਿੱਥੇ ਕਦੀ ਗੁਸਾਈ ਸਾਹਿਬ ਉਹਨਾਂ ਦਾ ਰਾਜ ਚੱਲਦਾ ਹੁੰਦਾ ਸੀ ਕਿ ਉਹ ਸਾਰੇ ਦੇ ਸਾਰੇ ਸਟੋਰੀਆਂ ਦੇ ਹੱਥਾਂ 'ਚ ਲੱਗ ਚੁੱਕੇ ਆ ਜਾਂ ਉੱਥੇ ਜ਼ਿਆਦਾ ਤੋਂ ਜ਼ਿਆਦਾ ਲਾਟਰੀ ਇੱਦਾਂ ਦੇ ਕੰਮ ਹੋ ਰਹੇ ਔਰ ਪ੍ਰਸ਼ਾਸਨ ਦੇ ਅੱਖਾਂ ਹੇਠ ਹੋ ਰਹੇ ਆ। ਸੋ ਮਤਲਬ ਤੁਸੀਂ ਵਿਪਕਸ਼ ਹੋ, ਤੁਸੀਂ ਕਿਉਂ ਚੁੱਪ ਹੋ? ਤੁਸੀਂ ਕਿਉਂ ਨਹੀਂ ਆਵਾਜ਼ ਚੱਕਦੇ? ਆਫਟਰ ਆਲ ਵਿਪਕਸ਼ ਜੇ ਚੁੱਪ ਰਹਿੰਦਾ ਤਾਂ ਹੀ ਜਿਹੜੀ ਸੱਤਾਧਾਰੀ ਨੂੰ ਸ਼ਹਿ ਮਿਲਦੀ ਹੈ। ਨਹੀਂ ਮੈਂ ਬਿਲਕੁਲ ਦੇਖੋ ਹਲਕਾ ਸੈਂਟਰ ਦੇ ਵਿੱਚ ਸਾਡੇ ਇੱਥੇ ਜਿਹੜੇ MLA ਨੇ ਕਾਂਗਰਸ ਦੇ ਨੇ ਔਰ ਮੇਰਾ ਖਿਆਲ ਹੈ ਮੈਂ ਇੱਕ ਤੁਸੀਂ ਇਹ ਤਾਂ ਮੰਨਦੇ ਹੋ ਨਾ ਕਿ ਇੱਦਾਂ ਦੇ ਕੰਮ ਹੋ ਰਹੇ ਆ? ਮੈਂ ਕਿਹਾ ਜੀ ਮੈਂ ਇੱਕ ਦਫਾ ਨਹੀਂ 10 ਦਫਾ ਕਿ 100 ਵਾਰ ਤੁਹਾਡੇ TV ਦੇ ਉੱਪਰ ਮੈਂ ਬੋਲ ਚੁੱਕਾ ਵੀ ਸੈਂਟਰ ਹਲਕੇ ਦੇ ਵਿੱਚ ਸਾਡੇ ਲੋਕਲ ਇੱਥੋਂ ਦੇ MLA ਔਰ ਪੁਲਿਸ ਦੇ ਅਫਸਰ ਔਰ ਇੱਥੇ ਪੁਲਿਸ ਦੇ ਅਫਸਰ ਮੈਂ ਨਾਂ ਹੀ ਲੈ ਦਿੰਦਾ ਵਾ ਇੱਥੇ ਵਰਿਆਮ ਸਿੰਘ ਜੀ ਰਹਿ ਕੇ ਗਏ ਨੇ। ਉਹ ਵਰਿਆਮ ਸਿੰਘ ਨੂੰ ਮੇਰੇ ਖਿਆਲ ਲਿਆਂਦਾ ਹੀ ਇਸ ਕਰਕੇ ਗਿਆ ਸੀ ਵੀ ਅਸੀਂ ਸਾਡੀਆਂ ਭਾਈਵਾਲੀਆਂ ਕੀਤੀਆਂ ਇਹਨਾਂ ਨੇ, ਠੀਕ ਹੈ, ਜਿਹੜੇ ਲੋਕਲ ਸਾਡੇ ਇੱਥੋਂ ਦਾ MLA ਔਰ ਜਿਹੜਾ ਵਰਿਆਮ ਸਿੰਘ ਸੀ ਉਹਨਾਂ ਦੀ ਭਾਈਵਾਲੀ ਸੀ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਹੋਵੇ ਜਿੰਨਾ ਪੈਸਾ ਕਮਾਏਗਾ ਉਹਦੀ ਬੰਦਰਵਾਟ ਹੁੰਦੀ ਰਹੀ ਹੈ। ਔਰ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਸੈਂਟਰ ਹਲਕੇ ਦੇ ਵਿੱਚ ਮੈਕਸੀਮਮ ਜਿਹੜਾ ਚਿੱਟਾ ਵਿਕ ਰਿਹਾ ਉਹ ਇਹਨਾਂ ਦੀ ਸ਼ਾਇਦ ਵਿਕ ਰਿਹਾ। ਜੇ ਜਿੰਨੀਆਂ ਵੀ ਮੇਰੇ ਕੋਲ ਲਾਟਰੀ ਦੀਆਂ ਦੁਕਾਨਾਂ ਪਿੱਛੇ ਜੇ ਅਸੀਂ ਬਹੁਤ ਜ਼ਿਆਦਾ ਰੌਲਾ ਪਾਇਆ ਔਰ ਬੰਦ ਹੋ ਗਈਆਂ ਔਰ ਅੱਜ ਦੁਬਾਰਾ ਫਿਰ ਕਾਫੀ ਮੇਰੇ ਕੋਲ 2-4-6 ਮਹੀਨੇ ਤੋਂ ਫਿਰ ਦੁਬਾਰਾ ਇੰਨੀਆਂ ਘਰ ਦੇ ਵਿੱਚ ਦੁਕਾਨਾਂ ਖੁੱਲ੍ਹੀਆਂ ਹੋਈਆਂ ਨੇ
ਇਹਨਾਂ ਦੁਕਾਨਾਂ ਖੋਲ੍ਹ ਕੇ ਤੇ ਉਹ ਜਿਹੜਾ ਲੋਕਾਂ ਦਾ ਗਰੀਬ ਵਿਚਾਰੇ ਜਿਹੜੇ ਰਿਕਸ਼ਾ ਚਲਾਉਣ ਵਾਲੇ ਨੇ, ਰੇਹੜੀ ਚਲਾਉਣ ਵਾਲੇ ਨੇ, ਉਹ ਲਾਟਰੀਆਂ ਪਾ ਕੇ ਆਪਣਾ ਪੈਸਾ ਖਰਾਬ ਕਰ ਰਹੇ ਨੇ ਔਰ ਆਪਣੇ ਇਹ ਉਹਨਾਂ ਨੂੰ ਲੁੱਟ ਰਹੇ ਨੇ। ਅਸੀਂ ਬਾਰ-ਬਾਰ ਟੀਵੀ ਦੇ ਉੱਪਰ ਕਹਿ ਰਹੇ ਹਾਂ ਔਰ ਕੋਈ ਪ੍ਰਸ਼ਾਸਨ ਧਿਆਨ ਨਹੀਂ ਦਿੰਦਾ। ਪੁਲਿਸ ਅਫਸਰ ਇਹਨਾਂ ਦੇ ਲਵਾਏ ਹੋਏ ਨੇ, ਟੋਟਲ ਜਿਹੜੇ ਥੱਲਿਓਂ ਵੀ ਅਫਸਰ ਉੱਪਰਲੇ ਵੀ ਅਫਸਰ ਇਹਨਾਂ ਦੇ ਨੇ। ਉਹ ਇਹਨਾਂ ਤੋਂ ਡਰਦੇ ਨੇ, ਜਿਹੜਾ ਕੋਈ ਮਾੜਾ ਥੋੜ੍ਹਾ ਬਹੁਤਾ ਬੋਲਦਾ ਉਹਦੀ ਟਰਾਂਸਫਰ ਕਰਾ ਦਿੰਦੇ ਨੇ, ਜਿਹੜਾ ਸਾਡੀ ਕੋਈ ਗੱਲ ਸੁਣਦਾ ਹੈ ਉਹਦੀ ਟਰਾਂਸਫਰ ਕਰਾ ਦਿੰਦੇ ਨੇ। ਤੁਸੀਂ ਦੇਖਿਆ ਹੋਣਾ ਪਿਛਲੇ ਥੋੜ੍ਹੇ ਦਿਨਾਂ ਦੇ ਵਿੱਚ ਹੀ ਕਈ ਇਹਨਾਂ ਨੇ ਅਫਸਰ ਬਦਲੇ ਨੇ, ਕਿਉਂਕਿ ਉਹ ਅਫਸਰ ਇਹਨਾਂ ਨੂੰ ਡੱਕਦਾ ਹੈ ਜਾਂ ਕੋਈ ਰੋਕਦਾ ਹੈ, ਉਹਦੀ ਦੂਜੇ ਦਿਨ ਟਰਾਂਸਫਰ ਹੋ ਜਾਂਦੀ ਹੈ। ਸਰ ਇਹ ਵੀ ਕਿਹਾ ਜਾ ਰਿਹਾ ਕਿ ਪਿਛਲੇ ਦਿਨੀ ਖੁਦ ਮੌਜੂਦਾ ਐਮਐਲਏ ਇੱਕ ਜਗ੍ਹਾ ਤੇ ਲਾਟਰੀ ਦੀ ਰੇਡ ਜਾਂ ਕੁਝ ਹੋਇਆ ਸੀ, ਉੱਥੇ ਖੁਦ ਮੌਜੂਦਾ ਐਮਐਲਏ ਪਹੁੰਚ ਗਏ ਸੀ ਆਪਣੀ ਗੱਡੀ ਲੈ ਕੇ ਔਰ ਬਾਅਦ 'ਚੋਂ ਉਦੋਂ ਪਰਚਾ ਤਾਂ ਕੀਤਾ ਗਿਆ, ਪਰ ਹੁਣ ਪਤਾ ਲੱਗਦਾ ਉਹ ਪਰਚਾ ਵੀ ਕੈਂਸਲ ਕਰ ਦਿੱਤਾ ਗਿਆ। ਬਹੁਤ ਸਾਰੀਆਂ ਇੱਦਾਂ ਦੀ ਵੀ ਚੀਜ਼ਾਂ ਹੋਈਆਂ। ਬਿਲਕੁਲ ਹੈਗੀਆਂ ਜੀ। ਉਹ ਜਨਕਪੁਰੀ ਦੇ ਵਿੱਚ ਮਤਲਬ ਇੱਕ ਬਹੁਤ ਪੁਰਾਣਾ ਇੱਕ ਨੇ ਕਈ ਜਗ੍ਹਾ ਦੇ ਅੱਡੇ ਚੱਲਦੇ ਪਏ ਨੇ ਔਰ ਇਹ ਜਿਹੜੇ ਲੋਕਲ ਸਾਡੇ ਡਾਬਰ ਸਾਹਿਬ ਨੇ ਆਪ ਚਲਵਾ ਰਹੇ ਨੇ ਔਰ ਉਹਨਾਂ ਦਾ ਬੇਟਾ। ਤੁਸੀਂ ਘਰ ਘਰ ਜਾ ਕੇ ਕਿਸੇ ਬੱਚੇ ਨੂੰ, ਕਿਸੇ ਵੀ ਜਿਹੜੇ ਆ ਮਤਲਬ ਬੁੱਕੀ ਨੇ ਜਾਂ ਜਿਨ੍ਹਾਂ ਅੱਡੇ ਖੋਲ੍ਹੇ ਨੇ, ਲਾਟਰੀ ਦੇ ਅੱਡੇ ਖੋਲ੍ਹੇ ਨੇ ਜਾਂ ਚਿੱਟਾ ਵੇਚਣ ਵਾਲੇ ਨੇ, ਤੁਸੀਂ ਕਿਸੇ ਵੀ ਇੱਕ ਦੁਕਾਨ 'ਤੇ ਚਲੇ ਜਾਓ, ਉਹਨੂੰ ਪੁੱਛ ਲਓ, ਉਹ ਨਾਲ ਹੀ ਡਾਬਰ ਸਾਹਿਬ ਦਾ ਬੇਟੇ ਦਾ ਨਾਂ ਲੈ ਦਿੰਦਾ ਜਾਂ ਡਾਬਰ ਸਾਹਿਬ ਦਾ ਨਾਂ ਲੈ ਦਿੰਦਾ ਔਰ ਇਹ ਉਹਨਾਂ ਨਾਲ ਮਿਲੀ ਭਗਤ ਨਾਲ ਹੀ ਚੱਲ ਰਹੇ ਨੇ ਔਰ ਉਹਨਾਂ ਦੇ ਕੋਲੋਂ ਜੋ ਮਤਲਬ ਮਹੀਨੇਬਾਜ਼ੀ ਇਹਨਾਂ ਨੇ ਕੀਤਾ ਹੋਇਆ ਉਹ ਮਹੀਨਾ ਇਹਨਾਂ ਨੂੰ ਦਿੰਦੇ ਪੈਣ, ਇਹਨਾਂ ਦਾ ਕੰਮ ਚੱਲਦਾ ਪਿਆ। ਸੋ ਤੁਹਾਡੇ ਕਹਿਣ ਦਾ ਮਤਲਬ ਸਰੇਆਮ ਆਰੋਪ ਹੈ ਕਿ ਜਿਹੜੇ ਮੌਜੂਦਾ ਜਿਹੜੇ ਸੱਤਾਧਾਰੀ ਖੁਦ ਐਮਐਲਏ ਹੈ ਤੇ ਉਹਨਾਂ ਦਾ ਬੇਟਾ ਇੱਥੋਂ ਦੀ ਮਹੀਨੇ ਲੈ ਰਹੇ ਹੈ ਤੇ ਖੁਦ ਚਲਵਾ ਰਹੇ ਜੂਏ ਦੇ ਅੱਡੇ। ਬਿਲਕੁਲ ਜੀ। ਤੁਸੀਂ ਸੰਦੀਪ ਜੀ, ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਮੈਂ ਤੁਹਾਨੂੰ ਏਰੀਏ ਤੁਹਾਨੂੰ ਸਾਰਾ ਪਤਾ ਹੀ ਹੈ। ਤੁਸੀਂ ਜਾ ਕੇ ਲੋਕਾਂ ਦੇ ਕੋਲ ਕਿਸੇ ਨੂੰ ਜਦੋਂ ਜਾ ਕੇ ਬੈਠ ਜਾਓ, ਉਹ ਦੱਸ ਦੇਣਗੇ ਤੁਹਾਨੂੰ ਵੀ ਇਹਨਾਂ ਨੂੰ ਕਿੰਨਾ ਪੈਸਾ ਦੇ ਰਹੇ ਆ। ਅੱਜ ਲੋਕੀ ਸਾਡੇ ਕੋਲ ਆਉਂਦੇ ਨੇ ਵੀ ਦੱਸੋ ਜੀ ਅਸੀਂ ਕੀ ਕਰੀਏ, ਇੱਥੇ ਕੰਮ ਕਰਨੇ ਆ ਔਰ ਇਹ ਸਾਡੇ ਕੋਲ ਪੈਸਾ ਲੈਂਦਾ ਵੇ ਔਰ ਅਸੀਂ ਜੇ ਪੁਲਿਸ ਨੂੰ ਅਫਸਰ ਨੂੰ ਕਹਿੰਦੇ ਆ ਵੀ ਲਓ ਜੀ ਇਹਨਾਂ ਦਾ ਬੰਦ ਕਰਾਓ, ਉਹ ਅਫਸਰ ਦੀ ਦੂਜੇ ਦਿਨ ਟਰਾਂਸਫਰ ਤੋਂ ਹੋ ਜਾਂਦੀ ਹੈ। ਉਹ ਵਰਿਆਮ ਸਿੰਘ ਨੂੰ ਮੇਰਾ ਖਿਆਲ ਹੈ ਬਹੁਤ ਜ਼ਿਆਦਾ ਬਹਿਸ ਹੁੰਦੀ ਰਹੀ ਵੀ ਇਸ ਏਰੀਏ ਦੇ ਵਿੱਚ ਨਸ਼ਾ ਬਹੁਤ ਵਿਕ ਰਿਹਾ ਹੈ, ਲਾਟਰੀ ਦੇ ਦੁਕਾਨਾਂ ਨੇ, ਜੂਆ ਬਹੁਤ ਹੋ ਰਿਹਾ ਹੈ, ਘਰ ਬਰਬਾਦ ਹੋ ਰਹੇ ਨੇ, ਜਵਾਨੀ ਖਰਾਬ ਹੋ ਰਹੀ ਹੈ ਸੈਂਟਰ ਹਲਕੇ ਦੇ ਵਿੱਚ ਬਹੁਤ, ਪਰ ਕੋਈ ਸੁਣਵਾਈ ਨਹੀਂ ਹੋਈ। ਹਾਂ, ਉਹ ਇੱਕ ਆਖਰੀ ਕੁਐਸਚਨ ਇਹ ਹੈ ਕਿ ਜਿੱਥੇ ਕਿਹਾ ਜਾਂਦਾ ਹੈ ਲੁਧਿਆਣਾ ਇੱਕ ਕਾਰੋਬਾਰੀਆਂ ਦਾ ਸ਼ਹਿਰ ਹੈ, ਸੋ ਇੱਥੇ ਪੈਸਾ ਹੈਗਾ ਕਾਰੋਬਾਰੀਆਂ ਦੇ ਕੋਲ, ਇਹ ਵੀ ਕਿਹਾ ਜਾ ਰਿਹਾ ਕਿ ਇਹਨੂੰ ਇਸ ਟਾਈਮ ਈਜ਼ੀ ਟਾਰਗੇਟ ਬਣਾ ਦਿੱਤਾ ਗਿਆ ਹੈ ਔਰ ਲੁਧਿਆਣੇ ਦੇ ਵਿੱਚ ਇਸ ਟਾਈਮ ਸੱਤਾਧਾਰੀ ਸਰਕਾਰ ਦੇ ਅੰਡਰ ਤੁਸੀਂ ਕਹਿ ਰਹੇ ਹੋ ਸੈਂਟਰ ਹਲਕਾ, ਸਾਨੂੰ ਇਹ ਪਤਾ ਲੱਗ ਰਿਹਾ ਕਿ ਇਸ ਟਾਈਮ ਸ਼ਹਿਰ ਦੇ ਵਿੱਚ ਬੁੱਕੀਆਂ ਦਾ ਤੇ ਕਾਰੋਬਾਰ ਜਿਹੜੇ ਜੂਏ ਜਾਂ ਹੋਰ ਸਟੋਰੀਆਂ ਦਾ ਜ਼ਿਆਦਾ ਉਹਨਾਂ ਦੀ ਕਾਫੀ ਪੈਠ ਹੋ ਗਈ ਹੈ। ਇੱਕ ਅੱਡਾ ਬਣ ਗਿਆ ਜਿੱਥੇ ਲੁਧਿਆਣੇ ਦੀ ਇੱਕ ਪਹਿਚਾਣ ਹੁੰਦੀ ਸੀ ਬਿਜ਼ਨਸ ਲਈ, ਹੁਣ ਬੁੱਕੀਆਂ ਦੀ, ਸਟੋਰੀਆਂ ਦੀ, ਇਹਨਾਂ ਦੀ ਵੀ ਪਹਿਚਾਣ ਹੋ ਗਈ ਹੈ। ਬਿਲਕੁਲ ਜੀ, ਇਹਦੇ 'ਚ ਕੋਈ ਸ਼ੱਕ ਨਹੀਂ। ਤੁਸੀਂ ਸੰਦੀਪ ਜੀ ਸਾਰੇ ਸ਼ਹਿਰ 'ਚ ਘੁੰਮਦੇ ਹੋ, ਮੈਂ ਤੇ ਚਲੋ ਮੈਂ ਵੀ ਸਾਰੇ ਸ਼ਹਿਰ 'ਚ ਘੁੰਮਣਾ, ਪਰ ਮੈਂ ਸੈਂਟਰ ਹਲਕੇ ਦੀ ਜੇ ਮੈਂ ਗੱਲ ਕਰਾਂ ਤਾਂ ਇੱਥੇ ਤਾਂ ਬਹੁਤ ਬੁਰਾ ਹਾਲ ਹੈ। ਮੇਰੇ ਇਸ ਹਲਕੇ ਦੇ ਵਿੱਚ ਹੀ ਘੱਟੋ ਘੱਟ 50-100 ਦੁਕਾਨ ਜਿਹੜੀ ਹੈ ਉਹ ਲਾਟਰੀਆਂ ਦੀ ਖੁੱਲ੍ਹੀ ਹੋਈ ਹੈ। ਤੁਸੀਂ ਹੁਣ ਵੀ ਚੱਲੋਗੇ ਤੇ ਉੱਥੇ ਮੇਰੇ ਖਿਆਲ ਸ਼ਰੇਆਮ ਜਿਹੜੀ ਲਾਟਰੀਆਂ ਪੈ ਰਹੀਆਂ ਨੇ, ਪਰ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਜਦੋਂ ਦੱਸਦੇ ਹਾਂ ਜਾ ਕੇ ਕੋਈ ਕਾਰਵਾਈ ਨਹੀਂ ਹੁੰਦੀ। ਪੁਲਿਸ ਪ੍ਰਸ਼ਾਸਨ ਦੇ ਬਿਲਕੁਲ ਜੀ ਅੰਨਾ ਹੋ ਕੇ, ਬਹਿਰਾ ਹੋ ਕੇ ਕੰਮ ਕਰਦਾ ਪਿਆ ਔਰ ਮੈਂ ਤਾਂ ਕਹਿਣਾ ਚਾਹਾਂਗਾ ਵੀ ਇਹੋ ਜਿਹੇ ਜਿਹੜੇ ਲੋਕ ਨੇ, ਦੇਖੋ ਸਾਡੀ ਜਵਾਨੀ ਵੀ ਖਰਾਬ ਹੋ ਰਹੀ ਹੈ ਔਰ ਲੋਕਾਂ ਦੇ ਘਰਾਂ 'ਚ ਕਲੇਸ਼ ਪੈ ਰਹੇ ਨੇ, ਲੋਕਾਂ ਦੇ ਪਰਿਵਾਰ ਖਰਾਬ ਹੋ ਰਹੇ ਨੇ। ਸਾਰਾ ਦਿਨ ਵਿਚਾਰੇ ਗਰੀਬ ਆਦਮੀ ਰਕਸ਼ਾ ਚਲਾਉਂਦੇ ਨੇ, ਰੇਹੜੀ ਚਲਾਉਂਦੇ ਨੇ, ਕੋਈ ਆਪਣੇ ਫੈਕਟਰੀਆਂ 'ਚ ਕੰਮ ਕਰਕੇ ਆਉਂਦੇ ਨੇ ਤਾਂ ਜਾਂਦੇ ਹੋਏ ਇੱਥੇ ਲਾਟਰੀਆਂ ਪਾ ਜਾਂਦੇ ਨੇ। ਉਹ ਜਿਹੜੇ ਲਾਟਰੀਆਂ ਨੇ ਤੁਹਾਨੂੰ ਆਪ ਹੀ ਪਤਾ ਵੀ ਇਹ ਜੂਆ ਹੈ। ਇਹ ਅੱਜ ਕੱਲ੍ਹ ਉਹਦੇ 'ਤੇ ਕੰਪਿਊਟਰਾਂ 'ਤੇ ਚਲਾਉਂਦੇ ਨੇ, ਜਿਹਦੇ 'ਚੋਂ 4 ਪੈਸੇ ਵੱਧ ਬਚਦੇ ਨੇ ਉਹ ਕੱਢਦੇ ਨੇ, ਦੂਸਰੀ 'ਤੇ ਕੱਢਦੇ ਨਹੀਂ। ਇਹਦੇ 'ਚ ਕਿਸਮਤ ਤਾਂ ਹੈ ਹੀ ਨਹੀਂ, ਧੋਖਾ ਹੈ ਔਰ ਲੋਕਾਂ ਨਾਲ ਧੋਖਾ ਹੋ ਰਿਹਾ ਔਰ ਇਹ ਧੋਖਾ ਜਿਹੜੇ ਲੋਕ ਨੇ ਸਾਡੇ ਐਮਐਲਏ ਲੋਕਲ ਉਹਨਾਂ ਦੀ ਸ਼ਾਇਦ ਹੋ ਰਿਹਾ ਵੇ ਔਰ ਮੈਂ ਤੇ ਆਉਣ ਵਾਲੇ ਟਾਈਮ 'ਚ ਗੱਲ ਕਹਾਂਗਾ, ਜਨਤਾ ਨੂੰ ਵੀ ਅਪੀਲ ਕਰਾਂਗਾ ਵੀ ਇਹਨਾਂ ਲੋਕਾਂ ਤੋਂ ਬਚੀਏ ਆਪਾਂ। ਆਪਣੇ ਜਿਹੜੇ ਸਾਡੇ ਦੇਖੋ ਲਾਟਰੀ ਚਲਾਉਣਾ ਜਾਂ ਜਿਹੜੀ ਚਿੱਟਾ ਦਾ ਜਿਹੜਾ ਵਪਾਰ ਲੋਕ ਕਰ ਰਹੇ ਨੇ, ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ, ਕਿਉਂਕਿ ਸਾਡੇ ਜਵਾਨ ਬੱਚੇ ਸਾਡੇ ਜਾ ਰਹੇ ਨੇ। ਪਿੱਛੇ ਜਿਹਾ ਲੈਣ ਦੇ ਉੱਪਰ 5-6 ਬੱਚਿਆਂ ਦੀ ਡੈਥ ਹੋ ਗਈ ਹੈ, ਚਿੱਟਾ ਪੀ ਕੇ ਹੋ ਗਈ, ਤੇ ਉਹ ਕੇਸ ਕਿੱਥੇ ਗਿਆ? ਲੋਕਾਂ ਨੇ ਬਾਜ਼ਾਰਾਂ ਵੀ ਕੀਤਾ, ਲੋਕਾਂ ਨੇ ਧਰਨਾ ਵੀ ਲਗਾਇਆ, ਧਰਨਾ ਵੀ ਲੋਕਾਂ ਨੇ ਲਗਾਇਆ। ਉਹ ਧਰਨੇ ਦਾ ਕੀ ਫਾਇਦਾ ਹੋਇਆ? ਕਿਸੇ ਬੰਦੇ ਨੂੰ ਪਕੜਿਆ ਇਹਨਾਂ ਨੇ? ਕਿਸੇ ਨੂੰ ਪਕੜੇ ਨਹੀਂ ਹੈਗੇ। ਉਹਨਾਂ ਨੇ ਆਨਲਾਈਨ ਦੀ ਗੱਲ ਕੀਤੀ, ਕਿਹਾ ਜਾ ਰਿਹਾ ਆਨਲਾਈਨ ਦੇ ਥਰੂ ਮੈਚਾਂ ਦੇ ਵਿੱਚ ਵੀ ਬਹੁਤ ਪੈਸਾ ਲੱਗ ਰਿਹਾ ਲੁਧਿਆਣੇ ਸ਼ਹਿਰ ਤੋਂ। ਦੇਖੋ ਜੀ, ਮੈਂ ਇਹ ਤਾਂ ਹੈ ਹੀ ਹੈ, ਪੰਜਾਬ ਵਿੱਚ ਕੀ ਹਰ ਜਗ੍ਹਾ 'ਤੇ ਹੋਏਗਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਔਰ ਇਹ ਤੇ ਦੇਖੋ ਏਜੰਸੀਆਂ ਦਾ ਕੰਮ ਹੈ, ਏਜੰਸੀਆਂ ਦਾ ਕੰਮ ਹੈ, ਠੀਕ ਹੈ ਨਾ ਜੀ। ਜੇ ਕਾਂਗਰਸ ਦੀ ਸੱਤਾ ਤੇ ਹੀ ਹੋ ਰਿਹਾ, ਉਹਨਾਂ ਦੀ ਸੱਤਾ ਕਾਂਗਰਸ ਦੇ ਸਿੱਧੂ ਸਾਹਿਬ ਹੀ ਆ, ਉਹ ਬੋਲਦੇ ਨਹੀਂ ਤੇ ਪਰ ਵਿਪਕਸ਼ ਕਿਉਂ ਚੁੱਪ ਬੈਠਾ? ਦੇਖੋ, ਵਿਪਕਸ਼ ਬਿਲਕੁਲ ਚੁੱਪ ਨਹੀਂ ਬੈਠਾ। ਜਦੋਂ ਕੋਈ ਕਾਰਵਾਈ ਨਹੀਂ ਹੁੰਦੀ,
ਮੈਂ ਕਹਿੰਦਾ ਤੁਸੀਂ ਲੁਧਿਆਣੇ ਦੀ, ਮੈਂ ਕਿਹਾ ਮੈਂ ਆਪਣੇ ਹਲਕੇ ਦੀ ਗੱਲ ਕਰਨਾ, ਤੁਸੀਂ ਪਿੱਛੇ ਅੱਜ ਤੋਂ 2 4 6 ਮਹੀਨੇ 8 ਮਹੀਨੇ 1 ਸਾਲ 2 ਸਾਲ 3 ਸਾਲ ਪੁਰਾਣੇ ਸਾਡੇ ਬਹੁਤ ਸਾਰੇ ਕਾਰਜਕਰਤਾ ਬੀਜੇਪੀ ਦੇ ਨਾਲ ਬੋਲਦੇ ਰਹੇ ਨੇ, ਪਰ ਸੁਣਵਾਈ ਹੋਈ ਹੈ ਨਹੀਂ। ਇਹ ਅੰਨੀ ਬੋਲੀ ਸਰਕਾਰ ਹੋਈ ਹੈ, ਸਿਰਫ ਲੋਕਾਂ ਨੂੰ ਲੁੱਟਣ ਵਾਸਤੇ ਸਰਕਾਰ ਬਣੀ ਸੀ, ਲੋਕਾਂ ਨੂੰ ਲੁੱਟ ਕੇ ਜਾ ਰਹੀ ਹੈ। ਝੂਠੀਆਂ ਕਸਮਾਂ ਖਾਧੀਆਂ ਇਹਨਾਂ ਲੋਕਾਂ ਨੇ ਕਿ ਪੰਜਾਬ ਦੇ ਨਸ਼ੇ ਵਾਸਤੇ ਮੁਕਤੀ ਵਾਸਤੇ, ਪਰ ਉਹ ਜਿੰਨਾ ਉਹ ਕੋਈ ਇੱਕ ਵੀ ਦੱਸੋ ਗੱਲ ਪੂਰੀ ਹੋਈ। ਇਹ ਕਾਂਗਰਸ ਸਰਕਾਰ ਦਾ ਜਦੋਂ ਵੀ ਦੇਖੋ ਸਰਕਾਰ ਬਣੀ ਹੈ, ਇਹ ਲੁੱਟ ਖੋਹ ਵਾਸਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਲੋਕਾਂ ਨੂੰ ਲੁੱਟਣ ਵਾਸਤੇ ਬਣਦੀ ਹੈ, ਲੁੱਟ ਖੋਹ ਕੇ ਚਲੀ ਜਾਂਦੀ ਹੈ, ਸਾਡੀ ਜਨਤਾ ਫਿਰ ਦੁਬਾਰਾ ਭੁੱਲ ਜਾਂਦੀ ਹੈ। ਫਿਰ ਇੱਕ ਤੁਹਾਡਾ ਕੈਪਟਨ ਅਮਰਿੰਦਰ ਸਿੰਘ ਨਾਲ ਅਲਾਇੰਸ ਹੋਇਆ ਤੁਹਾਡੀ ਪਾਰਟੀ ਦਾ, ਤੁਸੀਂ ਕਿਉਂਕਿ ਪੰਜਾਬ 'ਚੋਂ ਸੋ ਤੁਹਾਡਾ ਕਾਫੀ ਨਜ਼ਦੀਕੀ ਹੋਇਆ ਹੋਣਾ, ਤੁਹਾਨੂੰ ਪਤਾ ਹੋਣਾ ਕਾਰਜਕਾਰਨੀ ਕੀ ਚੱਲ ਰਹੀ ਹੈ ਐਕਟੀਵਿਟੀਜ਼। ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਕੁਝ ਮੰਤਰੀਆਂ ਦੀ ਜਾਂ ਕੁਝ MLAs ਦੀ, ਕੁਝ ਨੇਤਾਵਾਂ ਦੀ ਕੋਈ ਬਹੁਤ ਵੱਡੀਆਂ ਫਾਈਲਾਂ ਸੌਂਪੀਆਂ ਹੈਗੀਆਂ ਬੀਜੇਪੀ ਨੂੰ ਜਾਂ ਅਮਿਤ ਸ਼ਾਹ ਜੀ ਨੂੰ ਕਿ ਇਹਨਾਂ ਨੇ ਕਰਪਸ਼ਨਸ ਕੀਤੀਆਂ, ਕੋਈ ਇੱਦਾਂ ਦੀ ਗੱਲ ਹੈਗੀ ਹੈ ਜਾਂ ਚਰਚਾਵਾਂ ਹੀ ਹੈ? ਨਹੀਂ, ਇਹਦੇ ਬਾਰੇ ਤੇ ਮੈਨੂੰ ਨਹੀਂ ਪਤਾ। ਬਾਕੀ ਮੈਨੂੰ ਇੰਨਾ ਜ਼ਰੂਰ ਪਤਾ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਮੰਤਰੀ ਨੇ ਜਿਨ੍ਹਾਂ ਨੇ ਕਰੋੜਾਂ ਰੁਪਏ ਦੇ ਘਪਲੇ ਕੀਤੇ ਨੇ। ਔਰ ਦੇਖੋ ਘਪਲਾ ਜਿਹੜਾ ਨਾ ਸੰਦੀਪ ਜੀ ਉਹ ਨਜ਼ਰ ਆਉਂਦਾ ਹੈ, ਠੀਕ ਹੈ ਨਾ ਜੀ। ਤੁਹਾਡੇ ਉਹ ਜਿਹੜੇ ਇੰਟੈਲੀਜੈਂਸੀਆਂ ਨੇ ਜਾਂ ਜਿਹੜੀਆਂ ਜਿਹੜੇ ਮਹਿਕਮੇ ਨੇ, ਪੁਲਿਸ ਦਾ ਮਹਿਕਮਾ ਹੈ, ਉਹਨਾਂ ਨੂੰ ਇੱਕ ਇੱਕ ਗੱਲ ਦਾ ਪਤਾ ਵੀ ਕੌਣ ਘਪਲਾ ਕਰ ਰਿਹਾ, ਕੌਣ ਕੀ ਕਰ ਰਿਹਾ, ਉਹਨਾਂ ਨੂੰ ਪਤਾ ਹੁੰਦਾ ਹੈ। ਇਹ ਕੈਪਟਨ ਸਾਹਿਬ ਨੇ ਕੀ ਥੋਪਣੀਆਂ ਨੇ, ਜਿਹਨੇ ਚੋਰੀਆਂ ਕੀਤੀਆਂ ਹੋਣਗੀਆਂ, ਲੋਕਾਂ ਨਾਲ ਧੋਖਾ ਕੀਤਾ ਹੋਏਗਾ, ਸਰਕਾਰ ਨੂੰ ਲੁੱਟਿਆ ਹੋਏਗਾ, ਉਹ ਸਾਹਮਣੇ ਵੈਸੇ ਆ ਜਾਂਦਾ ਹੈ। ਔਰ ਅੱਜ ਲੋਕਾਂ ਦੇ ਸਾਹਮਣੇ ਆ ਰਿਹਾ, ਲੋਕਾਂ ਨੇ ਹਜ਼ਾਰਾਂ ਕਰੋੜਾਂ ਦੇ ਬਿਲਕੁਲ ਘਪਲੇ ਕੀਤੇ ਨੇ, ਔਰ ਉਹ ਬੜੀ ਜਲਦੀ ਜਿਹੜੇ ਹੈ ਉਹ ਸਾਹਮਣੇ ਆ ਰਹੇ ਨੇ। ਉਹਨਾਂ ਲੋਕਾਂ ਦੇ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾਏਗੀ। ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਇਹ ਸੀਗੇ ਗੁਰਦੇਵ ਸ਼ਰਮਾ ਦੇਪੀ ਜੀ, ਜਿਹੜੇ ਕਿ ਖੁਦ ਪੰਜਾਬ ਭਾਜਪਾ ਦੇ ਕੋਸ਼ਾਧਿਕਸ਼ ਵੀ ਹੈ, ਉੱਥੇ ਹੀ ਲੁਧਿਆਣਾ ਸੈਂਟਰਲ ਹਲਕੇ ਤੋਂ ਜਿਹੜੇ ਹੈਗੇ ਹੈ ਹਲਕਾ ਇੰਚਾਰਜ ਵੀ ਹੈ ਬੀਜੇਪੀ ਤੋਂ। ਸੋ ਇਹਨਾਂ ਨੇ ਖੁੱਲ੍ਹ ਕੇ ਦੱਸਿਆ ਕਿ ਵਿਪਕਸ਼ ਬਾਰ-ਬਾਰ ਆਵਾਜ਼ ਚੱਕਦਾ ਹੈ, ਪਰ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਜਿਹੜੀ ਹੈਗੀ ਹੈ ਨਾ ਪ੍ਰਸ਼ਾਸਨ ਕੰਮ ਕਰ ਰਿਹਾ, ਅਤੇ ਮੌਜੂਦਾ MLAs ਦੇ ਜਿਹੜੇ ਖੁਦ ਮਿਲੀ ਭਗਤ ਨਾਲ ਇੱਥੇ ਜੂਏ ਦੇ ਅੱਡੇ ਚੱਲ ਰਿਹਾ, ਲਾਟਰੀ ਅੱਡੇ ਚੱਲ ਰਿਹਾ, ਚਿੱਟਾ ਵਿਕ ਰਿਹਾ ਹੈ, ਖਾਸ ਕਰਕੇ ਸੈਂਟਰ ਹਲਕੇ ਦਾ ਉਹਨਾਂ ਨੇ ਬਾਰ-ਬਾਰ ਨਾਮ ਲਿੱਤਾ ਹੈ। ਔਰ ਹੋਰ ਵੀ ਲੋਕਾਂ ਤੇ ਬੜਿਆਂ ਤੇ ਉਂਗਲ ਚੱਕੀ ਹੈ ਕਿ ਬਹੁਤ ਲੋਕਾਂ ਵੱਲੋਂ ਜਿਹੜਾ ਹੈਗਾ ਸਮਾਰਟ ਸਿਟੀ ਦੇ ਨਾਮ ਤੇ ਜਿਹੜਾ ਘੁਟਾਲੇ ਕੀਤੇ ਗਏ ਆ। ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਹੈ ਜਨਤਾ ਨੂੰ ਵੀ ਪਤਾ ਹੈ। ਸੋ ਜਨਤਾ ਇਸ ਦਾ ਜਵਾਬ ਜਿਹੜੀ ਹੈ ਆਗਾਮੀ ਚੁਣਾਵਾਂ ਦੇ ਵਿੱਚ ਦੇਵੇਗੀ, ਔਰ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਸਹੀ ਬੰਦਿਆਂ ਨੂੰ ਚੁਣੋ ਤਾਂ ਕਿ ਪੰਜਾਬ ਦਾ ਉਧਾਰ ਹੋ ਸਕੇ। ਇੱਦਾਂ ਹੀ ਵੱਖ-ਵੱਖ ਮੁੱਦਿਆਂ ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। TRP नहीं खरीदते, भरोसा जीतते हैं हम।